जी अस्सलाम वालेकुम वेलकम बैक खुश आमदीद ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ ਤੇ ਜੀ ਫਰੈਂਡਸ ਅੱਜ ਮੈਂ ਬਹੁਤ ਹੀ ਜ਼ਬਰਦਸਤ ਰੈਸਪੀ ਲੈ ਕੇ ਆ ਗਈ ਹਾਂ ਤੁਹਾਡੇ ਲਈ। ਅੱਜ ਅਸੀਂ ਬਣਾਵਾਂਗੇ ਚਿਕਨ ਚੀਜ਼ੀ ਪਰਾਠੇ ਜਿਹੜੇ ਬੜਿਆਂ ਦੇ ਨਾਲ ਛੋਟਿਆਂ ਨੂੰ ਵੀ ਬਹੁਤ ਪਸੰਦ ਆਉਂਦੇ ਨੇ। ਉਮੀਦ ਹੈ ਕਿ ਤੁਹਾਨੂੰ ਇਹ ਵਾਲੀ ਰੈਸਪੀ ਅੱਛੀ ਲੱਗੂਗੀ, ਇਸ ਲਈ ਰੈਸਪੀ ਤੁਹਾਡੀ ਖਰਾਬ ਨਾ ਹੋਵੇ। ਇਸ ਵੀਡੀਓ ਨੂੰ ਫੁੱਲ ਵਾਚ ਕਰਿਓ ਕਿ ਤੁਸੀਂ ਸਕਿਪ ਨਾ ਕਰਿਓ। ਜੀ ਰੈਸਪੀ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਆਪਾਂ ਇੱਕ ਬਾਉਲ ਲੈ ਲੈਣਾ, ਇਹਦੇ ਵਿੱਚ 1 ਚਮਚ ਚੀਨੀ ਦਾ ਪਾ ਲੈਣਾ, थोड़ा जिहा ਇਹਦੇ ਵਿੱਚ ਨਮਕ ਪਾ ਲੈਣਾ, 1/4 ਚਮਚ ਜਾਂ ਹਾਫ ਟੀ ਸਪੂਨ ਜਿੰਨਾ ਇਹਦੇ ਵਿੱਚ ਨਮਕ ਪਾ ਲਓ। ਔਰ ਫਿਰ ਇਹਦੇ ਵਿੱਚ ਪਾ ਦਿਓ ਅੱਧਾ ਕੱਪ ਦੁੱਧ। ਕੱਚਾ ਦੁੱਧ ਹੋਵੇ ਤਾਂ ਬਹੁਤ ਬਿਹਤਰ, ਨਹੀਂ ਤਾਂ ਜਿਹੜਾ ਦੁੱਧ ਵੀ ਹੈਗਾ ਤੁਹਾਡੇ ਕੋਲ ਉਹ ਇਹਦੇ ਵਿੱਚ ਪਾ ਲਓ, ਲੇਕਿਨ ਦੁੱਧ ਠੰਡਾ ਨਹੀਂ ਹੋਣਾ ਚਾਹੀਦਾ, ਰੂਮ ਟੈਂਪਰੇਚਰ 'ਤੇ ਹੋਣਾ ਚਾਹੀਦਾ। ਚੀਨੀ ਨੂੰ ਥੋੜਾ ਆਪਾਂ ਮਿਕਸ ਕਰਦੇ ਹਾਂ ਤਾਂ ਕਿ ਚੀਨੀ ਦੇ ਦਾਣੇ ਆ ਜਿਹੜੇ ਉਹ ਖੁਰ ਜਾਣ। ਫਿਰ ਆਪਾਂ ਇਹਦੇ ਵਿੱਚ ਪਾ ਲੈਣਾ ਆਇਲ ਜਿਹੜਾ ਹੈਗਾ ਉਹ ਇਹਦੇ ਵਿੱਚ ਪਾਊਗਾ ਜੀ 4 ਖਾਣੇ ਦੇ ਚਮਚ ਆਇਲ ਇਹਦੇ ਵਿੱਚ ਤਕਰੀਬਨ ਪਾ ਦੇਣਾ। और फिर ਹੁਣ ਅਗਲਾ ਜਿਹੜਾ ਕੰਮ ਅਸੀਂ ਕਰਨਾ, ਇਹਦੇ ਵਿੱਚ ਪਾਣੀ ਸ਼ਾਮਿਲ ਕਰ ਲੈਣਾ। ਪਾਣੀ, ਆਇਲ, ਚੀਨੀ, ਨਮਕ ਇਹਨੂੰ ਮਿਕਸ ਕਰਨਾ। ਔਰ ਹਾਂ, ਅਗਰ ਤੁਹਾਡੇ ਕੋਲ ਗਲੂਕੋਜ਼ ਪਿਆ ਤੇ ਉਹ ਇਹਦੇ ਵਿੱਚ 2 ਚਮਚ ਪਾ ਦਿਓ। ਉਹ ਗਲੈਕਸੋਡੀ ਜਿਹੜਾ ਹੁੰਦਾ ਬਚਪਨ 'ਚ ਜਾਂ ਹੁਣ ਵੀ ਤੁਸੀਂ ਅਕਸਰ ਗਰਮੀਆਂ ਨੂੰ ਜ਼ਿਆਦਾ ਪੀਤਾ ਜਾਂਦਾ, ਉਹ ਇਸ ਰੈਸਪੀ ਦੇ ਵਿੱਚ ਹੈ, ਲੇਕਿਨ ਮੇਰੇ ਕੋਲ ਨਹੀਂ ਸੀਗਾ ਇਸ ਲਈ ਮੈਂ ਸਕਿਪ ਕਰਤਾ। ਤੁਹਾਡੇ ਕੋਲ ਹੈ ਤਾਂ ਤੁਸੀਂ ਲਾਜ਼ਮੀ ਪਾ ਲਿਓ। ਹੁਣ ਆਟਾ ਲੈ ਲੈਣਾ 2 ਪਿਆਲੀਆਂ ਆਟਾ ਲਿਆ। ਇਹ ਤਕਰੀਬਨ ਜਿਹੜਾ ਇਹਦਾ ਵਜ਼ਨ ਆ ਇਹ ਹੈਗਾ ਜੀ 300 ਗ੍ਰਾਮ ਇਹਦਾ ਵਜ਼ਨ ਹੈ। ਇਹਦੇ ਵਿੱਚ ਮੈਂ 50 ਗ੍ਰਾਮ ਮੈਦਾ ਸ਼ਾਮਿਲ ਕਰਨਾ, ਇਸ ਲਈ ਇਹ 350 ਗ੍ਰਾਮ ਹੋ ਜਾਣਾ। ਦੇਖਣ ਦੇ ਵਿੱਚ ਇਹ 3 ਪਿਆਲੀਆਂ ਆਟਾ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਸੀਂ। ਤੁਸੀਂ ਕੋਸ਼ਿਸ਼ ਕਰਨੀ ਜਿਹੜਾ ਆਟਾ ਹੈ ਨਾ ਬਹੁਤ ਜ਼ਿਆਦਾ ਨਰਮ ਤੇ ਬਹੁਤ ਜ਼ਿਆਦਾ ਸਖਤ ਨਹੀਂ। ਜਿਸ ਤਰ੍ਹਾਂ ਆਪਾਂ ਆਮ ਰੋਟੀ ਬਣਾਉਣ ਦਾ ਆਟਾ ਆਪਾਂ ਬਣਾਉਂਦੇ ਆ ਨਾ, ਉਸੇ ਤਰ੍ਹਾਂ ਦਾ ਤਕਰੀਬਨ ਇਹ ਆਟਾ ਹੋਣਾ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ, ਅੱਛੀ ਜੀ ਡੋ ਬਣਾ ਲੈਣੀ ਹੈ ਔਰ ਇਹਨੂੰ ਰੈਸਟ ਦੇਣਾ। ਔਰ ਥੋੜ੍ਹਾ ਜਿਹਾ ਇਹਦੇ ਵਿੱਚ ਮੈਦਾ ਸ਼ਾਮਿਲ ਕਰਦੇ ਹਾਂ ਤਾਂ ਕਿ ਇਹਦੇ ਵਿੱਚ ਜਿਹੜਾ ਜਦੋਂ ਅਸੀਂ ਪਰਾਠਾ ਬਣਾਈਏ ਉਹਦੇ ਵਿੱਚ ਇੱਕ ਲਚੀਲਾ ਜਿਹਾ ਪਨ ਆ ਜਾਵੇ ਨਾ। ਇਹਦੇ ਵਿੱਚ ਮੈਦਾ ਸ਼ਾਮਿਲ ਕਰਦੇ ਹਾਂ। ਹੁਣ ਤੁਸੀਂ ਚਾਹੋ ਤੇ ਆਪਸ਼ਨਲ ਆ, ਤੁਸੀਂ ਨਾ ਵੀ ਸ਼ਾਮਿਲ ਕਰੋ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਕਿਸੇ ਆਟੇ ਦੀ ਡੋ ਬਣਾ ਲਿਆ। ਦੇਖੋ ਤੁਸੀਂ ਦੇਖੋਗੇ ਕਿ ਨਾ ਜ਼ਿਆਦਾ ਸਖਤ ਔਰ ਨਾ ਹੀ ਜ਼ਿਆਦਾ ਨਰਮ ਆ। ਇਸ ਤਰ੍ਹਾਂ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਤੁਸੀਂ ਇਹਨੂੰ ਤਕਰੀਬਨ 2 ਘੰਟੇ ਲਈ ਰੈਸਟ ਦੇਣਾ। ਇੱਥੇ ਆਇਲ ਲਗਾ ਕੇ ਤੁਸੀਂ ਇਹਦੇ ਉੱਪਰ ਇਹਨੂੰ ਰੱਖ ਲੈਣਾ ਔਰ 2 ਘੰਟੇ ਲਈ ਇਹਨੂੰ ਰੈਸਟ ਲਾਜ਼ਮੀ ਦੇਣਾ ਤਾਂ ਕਿ ਆਟਾ ਸਾਡਾ ਸੈੱਟ ਹੋ ਜਾਵੇ। ਜਦ ਤੱਕ ਆਟਾ ਸੈੱਟ ਹੁੰਦਾ ਆਪਾਂ ਇਹਦਾ ਚਿਕਨ ਤਿਆਰ ਕਰ ਲੈਂਦੇ ਹਾਂ। ਚਿਕਨ ਮੈਂ ਲੈ ਲਿਆ ਜੀ 300 ਗ੍ਰਾਮ। ਇਹ 300 ਗ੍ਰਾਮ ਹੀ ਮੇਰੇ ਕੋਲ ਚਿਕਨ ਆ। ਔਰ ਇਹਦੇ ਵਿੱਚ ਲਸਣ ਅਦਰਕ ਦਾ ਪੀਸ ਦਰਦਰਾ ਜਿਹਾ ਕੁੱਟਿਆ ਹੋਇਆ ਉਹ ਇਹਦੇ ਵਿੱਚ ਪਾ ਦੇਣਾ। ਕਾਲੀ ਮਿਰਚ ਹਾਫ ਟੀ ਸਪੂਨ ਇਹਦੇ ਵਿੱਚ ਜਾਊਗੀ। ਸੁਰਖ ਮਿਰਚ ਵੀ ਹਾਫ ਟੀ ਸਪੂਨ ਜਿੰਨੀ ਇਹਦੇ ਵਿੱਚ ਜਾਏਗੀ। ਔਰ ਨਾਲ ਹੀ ਇਹਦੇ ਵਿੱਚ ਸੁੱਕਾ ਧਨੀਆ ਦਰਦਰਾ ਜਿਹਾ ਕੁੱਟਿਆ ਹੋਇਆ ਉਹ ਵੀ ਹਾਫ ਟੀ ਸਪੂਨ ਇਹਦੇ ਅੰਦਰ ਜਾਏਗਾ। ਨਮਕ ਟੇਸਟ ਦੇ ਮੁਤਾਬਕ ਇਹਦੇ ਵਿੱਚ ਪਾ ਲਓ, ਮੈਂ ਹਾਫ ਟੀ ਸਪੂਨ ਪਾਇਆ। ਹਲਦੀ 2 ਚੁਟਕੀਆਂ ਜਿੰਨੀ ਇਹਦੇ ਵਿੱਚ ਜਾਏਗੀ। ਇਹਦੇ ਵਿੱਚ ਜਾਏਗੀ ਜੀ ਸਿਰਕਾ, ਸਫੈਦ ਸਿਰਕਾ 2 ਖਾਣੇ ਦੇ ਚਮਚ ਔਰ ਸੋਇਆ ਸੌਸ 2 ਖਾਣੇ ਦੇ ਚਮਚ। ਅਸੀਂ ਇਹ ਮਸਾਲੇ ਲਾ ਕੇ ਚਿਕਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲੇ ਲਾ ਕੇ ਕੋਸ਼ਿਸ਼ ਤੁਸੀਂ ਕਰੋ ਕਿ ਇਹਨੂੰ ਓਵਰਨਾਈਟ ਰੱਖ ਦਿਓ। ਅਗਰ ਓਵਰਨਾਈਟ ਤੁਸੀਂ ਨਹੀਂ ਰੱਖਦੇ, ਕਮ ਅਜ਼ ਕਮ ਇਹਨੂੰ 2 ਤੋਂ 3 ਘੰਟੇ ਲਾਜ਼ਮੀ ਰੱਖੋ। ਔਰ ਅਸੀਂ ਚਿਕਨ ਨੂੰ ਮਸਾਲੇ ਲਾ ਕੇ ਜੀ ਇਹਨੂੰ ਅਸੀਂ ਓਵਰਨਾਈਟ ਲਈ ਰੱਖਣਾ। ਸਾਡੇ ਚਿਕਨ ਨੂੰ ਮਸਾਲੇ ਲੱਗ ਗਏ ਔਰ ਅਸੀਂ ਇਹਨੂੰ ਰੱਖ ਲੈਂਦੇ ਹਾਂ ਹੁਣ ਜੀ। ਔਰ ਇਹਨੂੰ ਕਵਰ ਲਾ ਕੇ ਇਹਨੂੰ ਬਿਲਕੁਲ 에ਅਰ ਟਾਈਟ ਬਾਕਸ 'ਚ ਮੈਂ ਪਾ ਕੇ ਇਹਨੂੰ ਰੱਖ ਦਿੰਦੀ। ਹੁਣ ਅਸੀਂ ਇੱਕ ਪੈਨ ਲੈ ਲੈਣਾ ਔਰ ਪੈਨ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਆਇਲ ਡਾਲਣਾ ਔਰ ਅਸੀਂ ਜਿਹੜਾ ਚਿਕਨ ਰੱਖਿਆ ਸੀ ਉਹ ਚਿਕਨ ਨੂੰ ਅਸੀਂ ਹੁਣ ਇਸ ਆਇਲ ਦੇ ਵਿੱਚ ਪਾ ਦੇਣਾ। ਇਹਨੂੰ ਚੰਗੀ ਤਰ੍ਹਾਂ ਇੱਥੇ ਫਰਾਈ ਕਰਨਾ। ਇਹਨੂੰ ਇੰਨਾ ਪਕਾਉਣਾ ਕਿ ਇਹ ਬਿਲਕੁਲ ਨਰਮ ਹੋ ਜਾਵੇ। ਚਿਕਨ ਨੂੰ ਅਸੀਂ ਇਸ ਤਰ੍ਹਾਂ ਨਰਮ ਕਰ ਲੈਣਾ ਕਿ ਬਿਲਕੁਲ ਪਹਿਲਾਂ ਇਹਨੂੰ ਇੱਕ ਸਾਈਡ ਤੋਂ ਅੱਛੀ ਤਰ੍ਹਾਂ ਪਕਾਵਾਂਗੇ, ਇਹਨੂੰ ਕਵਰ ਲਾ ਕੇ ਪਕਾਵਾਂਗੇ। ਫਿਰ ਅਸੀਂ ਇਹਨੂੰ ਦੂਸਰੀ ਸਾਈਡ ਤੋਂ ਅੱਛੀ ਤਰ੍ਹਾਂ ਪਕਾ ਲਾਂਗੇ ਤਾਂ ਕਿ ਸਾਡਾ ਚਿਕਨ ਹੈ ਜਿਹੜਾ ਉਹ ਪੱਕ ਜਾਵੇ। ਇਸ ਟਾਈਮ 'ਤੇ ਅਗਰ ਤੁਹਾਨੂੰ ਰੈਸਪੀ ਅੱਛੀ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਔਰ ਨਾਲ ਹੀ ਕਮੈਂਟ 'ਚ ਲਾਜ਼ਮੀ ਦੱਸਿਓ ਕਿ ਤੁਸੀਂ ਪਰਾਠਾ ਬਣਾਇਆ ਉਹ ਕਿਸ ਤਰ੍ਹਾਂ ਦਾ ਬਣਿਆ।
ਚਿਕਨ ਜੀ ਸਾਡਾ ਤਕਰੀਬਨ ਹੀ ਤਿਆਰ ਹੋ ਗਿਆ ਇੱਕ ਸਾਈਡ ਤੋਂ, ਦੂਸਰੀ ਸਾਈਡ ਤੋਂ ਵੀ ਅਸੀਂ ਇਹਨੂੰ ਬਣਾ ਲੈਂਦੇ ਹਾਂ। ਬਹੁਤ ਅੱਛਾ ਰੰਗ ਆ ਗਿਆ ਇਹਦੀ, ਬਹੁਤ ਅੱਛੀ ਖੁਸ਼ਬੂ ਆ ਰਹੀ ਆ। ਇਹ ਮੈਂ ਇੱਕ ਦਿਨ ਪਹਿਲੇ ਬਣਾ ਕੇ ਰੱਖ ਲਿਆ ਸੀਗਾ, ਇਹਨੂੰ ਮਸਾਲਾ ਲਾ ਕੇ ਰੱਖਿਆ ਸੀ ਔਰ ਜ਼ਬਰਦਸਤ ਜਿਹਾ ਜਦੋਂ ਮਸਾਲਾ ਦੇ ਅੰਦਰ ਤੱਕ ਇਹਦੇ ਟੇਸਟ ਚਲ ਜਾਂਦਾ। ਮਸਾਲਾ ਅਗਰ ਇਹਦੇ ਵਿੱਚ ਨਾ ਵੀ ਹੋਵੇ ਤਾਂ ਜ਼ਬਰਦਸਤ ਦਾ ਟੇਸਟ ਆਉਂਦਾ। ਮੈਨੂੰ ਠੰਡਾ ਕਰਕੇ ਇਹਨੂੰ ਸੈੱਟ ਕਰ ਲਿਆ। ਆ ਦੇਖੋ ਇਸ ਤਰ੍ਹਾਂ ਰੇਸ਼ੇ ਕਰ ਲਓ, ਬਿਹਤਰ ਆ। ਰੇਸ਼ੇ ਕਰ ਲਓ ਬਿਹਤਰ ਆ, ਕਿਉਂਕਿ ਜਦੋਂ ਤੁਸੀਂ ਇਹਦਾ ਪਰਾਠਾ ਬਣਾਓਗੇ ਤਾਂ ਫਿਰ ਪਰਾਠਾ ਕਿਤੋਂ ਟੁੱਟੇਗਾ ਨਹੀਂ। ਅਗਰ ਤੁਸੀਂ ਇਹਦਾ ਬਰੀਕ ਯਾਨੀ ਕਿ ਛੋਟੀ ਛੋਟੀਆਂ ਬੋਟੀਆਂ ਕਰੋਗੇ ਤਾਂ ਥੋੜਾ ਮੋਟੇ ਪੀਸ ਰਹਿ ਜਾਣਗੇ ਤੇ ਪਰਾਠਾ ਟੁੱਟ ਜਾਏਗਾ। ਹੁਣ ਆਟਾ ਸਾਡਾ ਬਿਲਕੁਲ ਸੈੱਟ ਹੋ ਗਿਆ। ਦੇਖਿਓ ਤੁਸੀਂ ਹੁਣ ਚੈੱਕ ਕਰੋ, ਮਾਸ਼ਾਅੱਲਾ ਬਹੁਤ ਅੱਛਾ ਜ਼ਬਰਦਸਤ ਜਿਹਾ ਇਹ ਆਟਾ ਤਿਆਰ ਹੋ ਗਿਆ ਪਰਾਠਿਆਂ ਲਈ। ਹੁਣ ਆਪਾਂ ਜੀ ਇਹਨੂੰ ਥੋੜਾ ਜਿਹਾ ਹੋਰ ਇਹਨੂੰ ਇਸ ਤਰ੍ਹਾਂ ਇਹਨੂੰ ਗੁੰਨਾਂਗੇ ਔਰ ਫਿਰ ਇਹਨੂੰ ਆਪਾਂ ਬਾਹਰ ਕੱਢਦੇ ਹਾਂ ਔਰ ਇਹ ਪੇੜੇ ਬਣਾਉਂਦੇ ਹਾਂ। ਇਹਦੇ ਤੋਂ ਪਰਾਠਾ ਬਣਾਉਣਾ ਸ਼ੁਰੂ ਕਰਦੇ ਹਾਂ। ਬਹੁਤ ਜ਼ਬਰਦਸਤ ਆਟਾ ਮਾਸ਼ਾਅੱਲਾ ਦੇਖੋ ਸਾਡਾ ਆਟਾ ਬਣ ਕੇ ਤਿਆਰ ਹੋਇਆ ਹੈ। ਹੁਣ ਬਸ ਇਹਨੂੰ ਜੀ ਆਪਾਂ ਇਹਦੇ ਪੇੜੇ ਆਪਣੇ ਹਿਸਾਬ ਨਾਲ ਬਣਾਓ ਔਰ ਪੇੜਾ ਤੁਸੀਂ ਜਿਹੜਾ ਆਮ ਰੋਟੀ ਬਣਾਉਂਦੇ ਨਾ ਉਹਦੇ ਨਾਲੋਂ ਛੋਟਾ ਪੇੜਾ ਲੈਣਾ, ਛੋਟਾ ਬਣਾਉਣਾ, ਕਿਉਂਕਿ ਮੈਂ ਇਹ ਬਣਾ ਰਹੀ ਹਾਂ ਥੋੜਾ ਸਟਾਈਲਿਸ਼ ਫਿਸ਼ ਦੇ ਸਟਾਈਲ 'ਚ ਮੈਂ ਪਰਾਠਾ ਬਣਾਉਂਗੀ ਤੇ ਇਹਦੇ ਵਿੱਚ ਇਹਨੂੰ ਪਤਲਾ ਵੀ ਹੋਣਾ ਲਾਜ਼ਮੀ ਹੈ ਔਰ ਇਹ ਸਿੰਗਲ ਹੀ ਰੋਟੀ ਦਾ ਤਿਆਰ ਹੋਏਗਾ, ਯਾਨੀ ਕਿ ਇੱਕ ਹੀ ਪੇੜੇ ਨਾਲ ਤਿਆਰ ਹੋਏਗਾ। ਇਹਦੇ ਵਿੱਚ ਡਬਲ ਜਾਂ ਦੋ ਰੋਟੀਆਂ ਨਹੀਂ ਲੱਗਣਗੀਆਂ। ਇਸ ਤਰ੍ਹਾਂ ਆਪਾਂ ਪੇੜਾ ਬਣਾ ਲੈਣਾ ਜਿਵੇਂ ਆਮ ਬਣਦਾ ਬਹੁਤ ਅੱਛੀ ਤਰ੍ਹਾਂ। ਫਿਰ ਇਹਨੂੰ ਪੇੜੇ ਨੂੰ ਵੀ ਸੈੱਟ ਹੋਣੇ ਲਈ ਤੁਸੀਂ ਰੱਖ ਦੇਣਾ, ਤਕਰੀਬਨ 10 ਤੋਂ 15 ਮਿੰਟ ਪੇੜੇ ਕਰਕੇ ਨਾ ਰੱਖ ਦਿਓ ਔਰ ਫਿਰ ਪੇੜੇ ਰੱਖਣੇ ਤੋਂ ਬਾਅਦ ਫਿਰ ਇਹਨੂੰ ਤੁਸੀਂ ਬਣਾਓਗੇ, ਦੇਖੋਗੇ ਤੁਸੀਂ ਕਿੰਨੀ ਰੋਟੀ ਜ਼ਬਰਦਸਤ ਬਣਦੀ ਹੈ। ਇਹਦੇ ਵਿੱਚ ਖਿਆਲ ਇਹ ਰੱਖਣਾ ਕਿ ਇਹਦੇ ਵਿੱਚ ਖੁਸ਼ਕ ਆਟਾ ਇਸਤੇਮਾਲ ਨਹੀਂ ਹੋਣਾ, ਇਹਦੇ ਵਿੱਚ ਇੱਥੇ ਸਿਰਫ ਆਇਲ ਯੂਜ਼ ਹੋਣਾ। ਆਇਲ ਤੁਸੀਂ ਆਪਣੇ ਹੱਥਾਂ ਨੂੰ ਲਾ ਕੇ ਇਹਨੂੰ ਐਵੇਂ ਰੋਟੀ ਨੂੰ बढ़ाना ਸ਼ੁਰੂ ਕਰ ਦੇਣਾ। ਹੱਥਾਂ ਦੀ ਮਦਦ ਨਾਲ ਹੀ ਬਹੁਤ ਆਸਾਨੀ ਨਾਲ ਰੋਟੀ ਬੜੀ ਹੋ ਜਾਏਗੀ। ਇਸ ਤਰ੍ਹਾਂ ਤੁਸੀਂ ਜਦੋਂ ਇਹਨੂੰ ਹਲਕੇ ਹੱਥਾਂ ਨਾਲ ਪ੍ਰੈਸ ਕਰਦੇ ਜਾਓਗੇ ਤੁਸੀਂ ਦੇਖੋਗੇ ਕਿ ਤੁਹਾਡੀ ਰੋਟੀ ਮਾਸ਼ਾਅੱਲਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਗਈ ਹੈ। ਇਸ ਤਰ੍ਹਾਂ ਔਰ ਕੋਸ਼ਿਸ਼ ਕਰਨੀ ਹੈ ਕਿ ਰੋਟੀ तमाम ਤਰਫੋਂ ਨੇ ਇੱਕੋ ਜਿਹੀ ਹੋਵੇ, ਕਿਤੋਂ ਮੋਟੀ ਕਿਤੋਂ ਪਤਲੀ ਨਾ ਹੋਵੇ, ਕਿਉਂਕਿ ਜਦੋਂ ਤੁਸੀਂ ਇਹਦੇ ਵਿੱਚ ਚਿਕਨ ਲਾ ਕੇ ਇਹਨੂੰ ਪ੍ਰੈਸ ਕਰੋਗੇ ਫਿਰ ਜਿੱਥੋਂ ਜ਼ਿਆਦਾ ਪਤਲੀ ਹੋਈ ਉੱਥੇ ਟੁੱਟ ਜਾਏਗੀ। ਹੁਣ ਆਪਾਂ ਇਹਦੇ ਵਿੱਚ ਚਿਕਨ ਲਾ ਲੈਂਦੇ ਹਾਂ। ਇਹਦੇ ਵਿੱਚ ਸਿਰਫ ਮੈਂ ਚਿਕਨ ਲਾ ਰਹੀ ਹਾਂ। ਅਗਰ ਤੁਸੀਂ ਚਾਹੋ ਤਾਂ ਇੱਥੇ ਤੁਸੀਂ ਕੋਈ ਵੀ ਹਲਕੀ ਫੁਲਕੀ ਕੋਈ ਵੈਜੀਟੇਬਲ ਇਹਦੇ ਵਿੱਚ ਪਾ ਸਕਦੇ ਹੋ, ਯਾਨੀ ਕਿ ਹਲਕਾ ਜਿਹਾ ਕੋਈ ਪਿਆਜ਼ ਥੋੜਾ ਜਿਹਾ ਜਾਂ ਸ਼ਿਮਲਾ ਮਿਰਚ। ਲੇਕਿਨ ਇਹ ਕਿਉਂਕਿ ਇਹ ਚਿਕਨ ਚੀਜ਼ੀ ਪਰਾਠਾ ਹੈ, ਇਹਦੀ ਅਥੈਂਟਿਕ ਰੈਸਪੀ ਇਹ ਹੈ ਕਿ ਇਹਦੇ ਵਿੱਚ ਚਿਕਨ ਤੇ ਚੀਜ਼ ਪੈਂਦੀ ਆ, ਹੋਰ ਕੁਛ ਨਹੀਂ ਪੈਂਦਾ। ਚਿਕਨ ਅਸੀਂ ਲਾ ਲਿਆ, ਹੁਣ ਅਸੀਂ ਇਹਦੇ ਉੱਤੇ ਲਾਵਾਂਗੇ ਜੀ ਚੀਜ਼ ਦੇ ਤੁਸੀਂ ਚਾਹੋ ਤੇ ਚੈਟਰ ਚੀਜ਼ ਦੇ ਸਲਾਈਸ ਲਗਾ ਸਕਦੇ ਹੋ। ਮੈਂ ਇਸ ਤਰ੍ਹਾਂ ਚੀਜ਼ ਜੀ ਇਹਨੂੰ ਕ੍ਰਸ਼ ਕਰਕੇ ਇਹਦੇ ਉੱਤੇ ਪਾਉਂਗੀ ਔਰ ਤੁਸੀਂ ਚੀਜ਼ ਕਮ ਜ਼ਿਆਦਾ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ। ਇਸ ਤਰ੍ਹਾਂ ये तो खूब भर के सी चीज़ ला लैने। मोज़रेला चीज़ है जी मेरे को, मैं ये लानी है और बहुत ही ज़बरदस्त और टेस्टी पराठा बनता है। अगर इसनू तरीके नू फॉलो करोगे तो पराठे भी बहुत ही ज़बरदस्त बनणगे। बहुत आसान आ। इस तरह इनू एक साइड नू फिर दूसरी साइड ते तुसीं जदों इनू पलटाओगे तो ज़बरदस्त जी फिश की शेप आपे ही बन जाएगी। इन्नी कोई मेहनत करने की ज़रूरत नहीं होएगी। बस थोड़ा जिहा फिंगर दे नाल है दुमस ही बना देने। बड़ा ज़बरदस्त, ये लुक वाइज भी बहुत अच्छा तो खाने नू भी बहुत ही ज़बरदस्त ये वाला पराठा है। बस इस तरह हत्थां दी मदद नाल तुसीं ऑयल लगा के हल्का हल्का इनू प्रैस करते जाओ। उम्मीद है कि तुहानूं ये वाली रेसिपी अच्छी लगेगी। अगर तुहानूं मेरी रेसिपी अच्छी लगी ना तो इनू शेयर करना मत भूलियो और कमेंट 'च दसना भी मत भूलियो। साडा पराठा माशाअल्लाह जी हो गया तैयार। हुण बस हुण असीं इनू फ्राई करना। ज़बरदस्त जिहा पराठा बन के तैयार हो गया। लेकिन एक काम इहदा रह गया, वो ये कि असीं इहदे उत्ते जिस तरह फिश की थोड़ी थोड़ी डिज़ाइनिंग हुंदी है ना, वो वाली असीं इहदे ते करनी है चम्मच की मदद नाल। इस तरह बस तुसीं चम्मच की मदद नाल हल्का हल्का प्रैस करके ना इहदी डिज़ाइनिंग जी बना लो। अगर बनाना हाँ फिंगर्स ना बनाना चाहते हो या चम्मच ना बनाना चाहते हो, जिस तरह तुहानूं आसानी लगती है तुसीं उस तरह बना सकते हो। लेकिन जो ये ते कलर आएगा ना, जो फ्राई होएगा तो ये वाले जो कलर के स्पॉट्स बनणगे तो बहुत ही ज़बरदस्त जे लगते हैं। तवा साडा गर्म हो गया, एक साइड ते असीं ऑयल लगा लिया। हुण असीं अपनी जी फिश फ्राई कर लैंदे हैं। बहुत ही ज़बरदस्त पराठा बनता और बच्चे इस चीज़ को
ਫਿਸ਼ ਦੇ ਸ਼ੌਕ ਨੇ ਇੰਨੇ ਮਜ਼ੇ ਨਾਲ ਖਾਂਦੇ ਨੇ ਕਿ ਇਹਦੀ ਸ਼ੇਪ ਨੂੰ ਦੇਖ ਕੇ ਕਿ ਤੁਸੀਂ ਕਹੋਗੇ ਕਿ ਵਾਕਈ ਬੱਚੇ ਫਰਮਾਇਸ਼ ਕਰਕੇ ਬਣਾਉਣਗੇ ਕਿ ਮਮਾ ਜੀ ਫਿਸ਼ ਵਾਲਾ ਪਰਾਠਾ ਬਣਾ ਦੇ। ਤੋ ਇਹਨੂੰ ਆਇਲਿੰਗ ਕਰ ਲੈਂਦੇ ਹਾਂ, ਥੋੜ੍ਹੀ ਜਿਹੀ ਆਇਲ ਲਗਾ ਦਿੰਦੇ ਹਾਂ ਤਾਂ ਕਿ ਇੱਕ ਸਾਈਡ 'ਤੇ ਅੱਛੀ ਤਰ੍ਹਾਂ ਫਰਾਈ ਹੋ ਜਾਵੇ। ਮਾਸ਼ਾਅੱਲਾ ਦੇਖੋ ਬਹੁਤ ਹੀ ਪਿਆਰਾ ਕਲਰ ਆਇਆ, ਇੱਕ ਸਾਈਡ ਤੁਸੀਂ ਪਕਾ ਲਿਆ ਔਰ ਜ਼ਬਰਦਸਤ ਜਿਹਾ ਕਲਰ ਆ ਗਿਆ ਦਾ। ਔਰ ਇਹਨੂੰ ਲੋ ਟੂ ਮੀਡੀਅਮ ਆਂਚ 'ਤੇ ਪਕਾਉਣਾ ਤਾਂ ਕਿ ਅੱਛੇ ਸੇ ਦੋਵਾਂ ਤਰਫੋਂ ਅੱਛੇ ਤਰੀਕੇ ਨਾਲ ਪੱਕ ਜਾਵੇ। ਔਰ ਇਹਨੂੰ ਦੂਸਰੀ ਸਾਈਡ ਤੋਂ ਵੀ ਅਸੀਂ ਥੋੜ੍ਹਾ ਜਿਹਾ ਆਇਲ ਲਾ ਲੈਂਦੇ ਹਾਂ। ਇਸੇ ਤਰ੍ਹਾਂ ਜਿਵੇਂ ਮੈਂ ਸਾਰੇ ਪਰਾਠੇ ਬਣਾ ਕੇ ਤਿਆਰ ਕਰ ਲੂँਗੀ। ਮੈਂ ਤੁਹਾਨੂੰ ਇੱਕ ਪਰਾਠੇ ਦੀ ਰੈਸਪੀ ਦਿੱਤੀ ਆ, ਇਨਸ਼ਾਅੱਲਾ ਤੁਸੀਂ ਇਹਨੂੰ ਬਣਾਓਗੇ ਔਰ ਕਹੋਗੇ ਕਿ ਵਾਕਈ ਵੀ ਬਹੁਤ ਮਜ਼ੇ ਦੇ ਪਰਾਠੇ ਬਣ ਕੇ ਤਿਆਰ ਹੁੰਦੇ ਆ। ਇਹਨੂੰ ਅੱਛੇ ਸੇ ਅਸੀਂ ਘੀ ਦੇ ਨਾਲ ਇਹਨੂੰ ਜ਼ਬਰਦਸਤ ਜਿਹਾ ਫਰਾਈ ਕਰ ਲੈਣਾ ਤਾਂ ਕਿ ਉੱਪਰੋਂ ਵੀ ਕ੍ਰਿਸਪੀ ਹੋ ਜਾਵੇ। ਔਰ ਇਹਨੂੰ ਤੁਸੀਂ ਚਾਹੋ ਟਮਾਟੋ ਕੈਚਅਪ ਨਾਲ ਜਾਂ ਇਹਨੂੰ ਤੁਸੀਂ ਦਹੀਂ ਨਾਲ, ਸਾਦਾ ਦਹੀਂ ਨਾਲ ਇਹਨੂੰ ਖਾਓ, ਬੜਾ ਮਜ਼ੇ ਦਾ ਲੱਗਦਾ। ਮੈਂ ਇਹਨੂੰ ਸਾਦੇ ਦਹੀਂ ਨਾਲ ਸਰਵ ਕਰੂੰਗੀ, ਤੁਸੀਂ ਚਾਹੋ ਤੇ ਇਹਨੂੰ ਕੈਚਅਪ ਜਾਂ ਚਟਨੀ ਵਗੈਰਾ ਨਾਲ ਵੀ ਸਰਵ ਕਰ ਸਕਦੇ ਹੋ। ਕਿ ਜਿਸ ਚੀਜ਼ ਨਾਲ ਵੀ ਤੁਸੀਂ ਇਹਨੂੰ ਸਰਵ ਕਰੋਗੇ ਉਸ ਚੀਜ਼ ਨਾਲ ਬਹੁਤ ਜ਼ਬਰਦਸਤ ਟੇਸਟੀ ਲੱਗਦਾ। ਗਰਮਾ ਗਰਮ ਚਾਹ ਦੇ ਨਾਲ ਪਰਾਠਾ ਬਹੁਤ ਹੀ ਜ਼ਬਰਦਸਤ। ਮਾਸ਼ਾਅੱਲਾ ਦੇਖੋ ਸਾਡਾ ਪਰਾਠਾ ਜੀ ਬਣ ਕੇ ਤਿਆਰ ਹੋ ਗਿਆ, बहुत ही ज़बरदस्त लुक आई है। माशाल्लाह देखो तो बड़ा क्रिस्पी और ज़बरदस्त या पराठा बन के तैयार होया। हम आपां इहनूं उतार लैंदे हैं जी तवे तो और उतार के आपां इहनूं सर्व करदे हैं एक प्लेट 'च। ਇਹਦੇ ਨਾਲ ਸਰਵ ਕਰਦੇ ਹਾਂ। ਔਰ ਅਗਰ ਤੁਸੀਂ ਇਹਨੂੰ ਸਰਵ ਕਰਨ ਤੋਂ ਪਹਿਲੇ ਇਹਨੂੰ ਕੱਟ ਜ਼ਰੂਰ ਲਗਾ ਲੈਣੇ ਤਾਂ ਕਿ 2-3 ਕੱਟ ਇੱਕ ਖਾਣੇ ਵਿੱਚ ਆਸਾਨੀ ਹੋਏਗੀ। ਇਸ ਤਰ੍ਹਾਂ ਇਹਦੇ ਨਾਲ ਹੀ ਤੁਸੀਂ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ, ਅੱਲਾ ਸੋਨੇ ਦੇ ਹਵਾਲੇ।